Hello students, this is Jagdeep Singh. So, what we are studying? We are studying the first chapter of the literature book of 9th PSV class. So, we have studied the first two pages of the chapter. Now we will go further. So, what was the first of all summary? ਇੱਕ ਬੱਚਾ ਹੁੰਦਾ ਜੋ ਬਹੁਤ ਗਰੀਬ ਹੁੰਦਾ ਤੇ ਉਸਦੇ ਮਾਤਾ ਪਿਤਾ ਛੋਟੀ ਉਮਰ ਦੇ ਵਿੱਚ ਉਸਦੇ ਮਾਤਾ ਪਿਤਾ ਮਰ ਜਾਂਦੇ ਨੇ ਤਾਂ ਉਹ ਆਪਣੀ ਕਿਸਮਤ ਬਣਾਉਣ ਜਾਂਦਾ ਤਾਂ ਇੱਕ ਕਿਸਾਨ ਲਈ ਕੰਮ ਕਰਦਾ ਬੱਕਰੀਆਂ ਚਰਾਉਣ ਦਾ ਉਹ ਉਸ ਨੂੰ 3 ਕਾਪਰ ਦੇ ਕੋਇਨ ਦੇ ਦਿੰਦਾ ਅਤੇ ਬਾਅਦ ਵਿੱਚ ਜਦੋਂ ਉਹ 3 ਕਾਪਰ ਦੇ ਕੋਇਨ ਇੱਕ ਭਿਖਾਰੀ ਨੂੰ ਦੇ ਦਿੰਦਾ ਜੋ ਭਿਖਾਰੀ ਇੱਕ ਫਰਿਸ਼ਤੇ ਦੇ ਵਿੱਚ ਚੇਂਜ ਹੋ ਜਾਂਦਾ ਅਤੇ ਉਹ ਉਸ ਨੂੰ ਕਹਿੰਦਾ ਕਿ ਮੈਂ ਤੈਨੂੰ 2 ਵਿਸ਼ੇਸ਼ ਦੇਵਾਂਗਾ ਤੂੰ ਉਹਨਾਂ ਵਿੱਚ ਕੁਛ ਵੀ ਮੰਗ ਸਕਦਾ ਅਤੇ ਮੈਂ ਤੈਨੂੰ ਤਾਂ ਦੇਵਾਂਗਾ ਕਿਉਂਕਿ ਤੂੰ ਇਸ ਨੂੰ ਡਿਜ਼ਰਵ ਕਰਦਾ ਹੁਣ ਆਪਾਂ ਅੱਗੇ ਵਧਾਂਗੇ। ਦ ਬੋਏ ਥੋਟ ਫਾਰ ਅ ਮੂਮੈਂਟ, ਬੱਚੇ ਨੇ ਕੁਛ ਟਾਈਮ ਵਾਸਤੇ ਸੋਚਿਆ ਆਈ ਵੁੱਡ ਲਾਈਕ ਟੂ ਹੈਵ ਅ ਵਾਇਲਨ, ਕਿ ਮੈਨੂੰ ਇੱਕ ਸਾਰੰਗੀ ਦੀ ਜ਼ਰੂਰਤ ਹੈ। ਵਾਇਲਨ ਬੇਸਿਕਲੀ ਇੱਕ ਕੋਈ ਵੀ ਵਜਾਉਣ ਵਾਲੀ ਚੀਜ਼ ਜਿਹਦੀ ਜੋ ਮਿਊਜ਼ਿਕ ਪ੍ਰੋਡਿਊਸ ਕਰਦੀ ਹੋਵੇ, ਵੈਸੇ ਇਹ ਵੁਡਨ ਹੁੰਦੀ ਹੈ, ਆਪਾਂ ਗਿਟਾਰ ਨਹੀਂ ਕਹਿ ਸਕਦੇ, ਇੱਕ ਵਾਇਲਨ ਜਿਵੇਂ ਆਪਾਂ ਸਾਰੰਗੀ ਕਹਿ ਸਕਦੇ ਹਾਂ। ਵਿਚ ਪਲੇ ਮਿਊਜ਼ਿਕ ਟੂ ਮੇਕ ਆਲ ਮੈਨ ਡਾਂਸ, ਉਹਦੇ ਵਿੱਚੋਂ ਕੋਈ ਵੀ ਜਦੋਂ ਮੈਂ ਮਿਊਜ਼ਿਕ ਪਲੇ ਕਰਾਂ ਤਾਂ ਸਾਰੇ ਇਨਸਾਨ ਡਾਂਸ ਕਰਨ। ਐਂਡ ਅ ਗਨ, ਅਤੇ ਇੱਕ ਮੈਨੂੰ ਪਿਸਟਲ ਵੀ ਚਾਹੀਦਾ, ਪਿਸਤੌਲ ਚਾਹੀਦਾ, ਦੈਟ ਵਿਲ ਆਲਵੇਜ਼ ਹਿੱਟ ਦਾ ਥਿੰਗ ਐਟ ਵਿਚ ਆਈ ਏਮ, ਅਤੇ ਜਿਸ ਵੱਲ ਵੀ ਮੈਂ ਨਿਸ਼ਾਨਾ ਸੇਧਾਂ ਤਾਂ ਉਸ 'ਤੇ ਉਹਦਾ ਨਿਸ਼ਾਨਾ ਬਿਲਕੁਲ ਸਹੀ ਲੱਗੇ, ਇਸ ਤਰ੍ਹਾਂ ਦੀ ਇੱਕ ਮੈਨੂੰ ਗਨ ਵੀ ਚਾਹੀਦੀ ਹੈ। ਦ ਓਲਡ ਮੈਨ ਸਮਾਈਲਡ, ਜਿਹੜਾ ਬੁੱਢਾ ਇਨਸਾਨ ਸੀ, ਭਿਖਾਰੀ ਸੀ ਜੋ ਏਂਜਲ ਦੇ ਵਿੱਚ ਚੇਂਜ ਹੋ ਗਿਆ ਸੀ, ਉਸਨੇ ਮੁਸਕਰਾਇਆ। ਐਂਡ ਐਟ ਵੰਸ ਫਰੋਮ ਬੀਨੀਥ ਹਿਜ਼ ਕਲੋਕ, ਤਾਂ ਉਸਨੇ ਆਪਣੇ ਚੋਲੇ ਦੇ ਵਿੱਚ ਹੱਥ ਮਾਰਿਆ। ਹੀ ਬਰੋਟ ਆਊਟ ਅ ਵਾਇਲਨ, ਇੱਕ ਵਾਇਲਨ ਕੱਢ ਦਿੱਤਾ। ਐਂਡ ਅ ਗਨ, ਅਤੇ ਇੱਕ ਗਨ ਵੀ ਕੱਢ ਲਈ। ਹੀ ਗੇਵ ਦੈਮ ਟੂ ਦਾ ਬੋਏ, ਉਸਨੇ ਇਹ ਦੋਵੇਂ ਕਿਸ ਨੂੰ ਦੇ ਦਿੱਤੇ? ਬੱਚੇ ਨੂੰ ਦੇ ਦਿੱਤੇ। ਮੇ ਦੇ ਬ੍ਰਿੰਗ ਯੂ ਦਾ ਹੈਪੀਨੈਸ ਦੈਟ ਯੂ ਡਿਜ਼ਰਵ, ਉਸਨੇ ਕਿਹਾ ਕਿ ਸ਼ਾਇਦ ਇਹ ਤੈਨੂੰ ਉਹ ਖੁਸ਼ੀ ਦੇ ਸਕਣ ਜਿਹਦੇ ਤੂੰ ਕਾਬਿਲ ਹੈ, ਜਿਸ ਨੂੰ ਤੂੰ ਡਿਜ਼ਰਵ ਕਰਦਾ। ਹੀ ਸੈਡ ਐਂਡ ਡਿਸਪੀਅਰਡ, ਉਸਨੇ ਕਿਹਾ ਅਤੇ ਉਹ ਗਾਇਬ ਹੋ ਗਿਆ। ਡਿਸਪੀਅਰ ਦਾ ਮਤਲਬ ਹੁੰਦਾ ਗਾਇਬ ਹੋ ਜਾਣਾ। ਦ ਬੋਏ ਮੇਡ ਹਿਜ਼ ਵੇ ਬੈਕ ਟੂਵਰਡਸ ਦਾ ਫਾਰਮ ਵੇਅਰ ਹੀ ਹੈਡ ਵਰਕਡ ਫਾਰ 3 ਲੌਂਗ ਈਅਰਸ ਫਾਰ 3 ਕਾਪਰ ਕੋਇਨਸ, ਹੁਣ ਜਿਹੜਾ ਬੱਚਾ ਸੀ ਉਹ ਵਾਪਸ ਕਿੱਥੇ ਚਲਾ ਗਿਆ? ਉਸ ਖੇਤ ਵੱਲ ਚਲਾ ਗਿਆ ਜਿੱਥੇ ਉਸਨੇ 3 ਸਾਲ ਲਈ ਕੰਮ ਕੀਤਾ ਸੀ, 3 ਕਾਪਰ ਕੋਇਨਸ ਦੇ ਵਾਸਤੇ, 3 ਤਾਂਬੇ ਦੇ ਸਿੱਕਿਆਂ ਵਾਸਤੇ। ਐਂਡ ਜਸਟ ਐਜ਼ ਹੀ ਵੈਂਟ ਨੀਅਰ ਦਾ ਗੇਟ, ਜਿਵੇਂ ਹੀ ਉਹ ਗੇਟ ਦੇ ਨੇੜੇ ਪਹੁੰਚਿਆ, ਅ ਬਰਡ ਫਲਿਊ ਅਪ ਫਰੋਮ ਅ ਫੀਲਡ, ਇੱਕ ਪੰਛੀ ਸੀ ਉਹ ਖੇਤ ਦੇ ਵਿੱਚੋਂ ਉੱਡਿਆ। ਐਟ ਵੰਸ ਦਾ ਬੋਏ ਏਮਡ ਐਟ ਇਟ ਵਿਦ ਹਿਜ਼ ਮੈਜਿਕ ਗਨ, ਤਾਂ ਬੱਚੇ ਨੇ ਕੀ ਕੀਤਾ, ਉਸ ਮੁੰਡੇ ਨੇ ਕੀ ਕੀਤਾ ਕਿ ਉਹ ਵਾਇਲਨ ਸੀ ਜਿਹੜਾ ਮੈਜਿਕ ਗਨ ਸੀ ਉਹ ਕੱਢ ਕੇ ਉਸ ਵਰਡ ਵੱਲ ਸੇਧ ਲਈ। ਆਫ ਕੋਰਸ ਹਿੱਟ ਦਾ ਵਰਡ, ਕਿਉਂਕਿ ਉਹਦਾ ਨਿਸ਼ਾਨਾ ਕਦੇ ਵੀ ਚੁੱਕਦਾ ਨਹੀਂ ਸੀ, ਤਾਂ ਕਿਉਂਕਿ ਉਸਨੇ ਮੰਗਿਆ ਹੀ ਇਸ ਕਰਕੇ ਸੀ, ਜਾਦੂ ਹੀ ਸੀ, ਤਾਂ ਉਸਨੇ ਵਰਡ ਨੂੰ ਲੱਗਿਆ ਜਾ ਕੇ। ਐਜ਼ ਦਾ ਵਰਡ ਫੈਲ, ਜਿਵੇਂ ਕਿ ਪੰਛੀ ਨੀਚੇ ਡਿੱਗਿਆ। ਦ ਫਾਰਮਰ ਕੇਮ ਆਊਟ ਆਫ ਦਾ ਹਾਊਸ, ਤਾਂ ਜਿਹੜਾ ਕਿਸਾਨ ਸੀ ਉਹ ਘਰ ਤੋਂ ਬਾਹਰ ਆਇਆ। ਐਂਡ ਵੈਂਟ ਟੂ ਪਿਕ ਇਟ ਅਪ, ਉਸ ਪੰਛੀ ਨੂੰ ਚੱਕਣ ਵੱਲ ਹੀ ਭੱਜਿਆ। ਦੈਟਸ ਮਾਈਨ ਹੀ ਸ਼ਾਟਡ, ਉਸਨੇ ਕਿਹਾ ਕਿ ਇਹ ਮੇਰਾ ਹੈ। ਮਾਈਨ ਕੀ ਹੈ? ਇੱਕ ਪੋਜੈਸਿਵ ਪ੍ਰਨਾਊਨ ਹੈ ਜੋ ਦੱਸਦਾ ਹੁੰਦਾ ਕਿ ਹਾਂ ਆਪਾਂ ਮਾਈ ਕੀ ਇਹ ਪੋਜੈਸਿਵਨੈਸ ਦੱਸਦਾ ਕਿ ਮੇਰਾ ਹੈ। ਉਹ ਉੱਚੀ ਦੇ ਨਹੀਂ ਬੋਲਿਆ। ਸਰਟੇਨਲੀ, ਹਾਂ ਪੱਕੇ ਤੌਰ 'ਤੇ। ਆਨਸਰਡ ਦਾ ਬੋਏ, ਬੱਚੇ ਨੇ ਕਿਹਾ। ਬਟ ਯੂ ਮੇ ਓਨਲੀ ਹੈਵ ਇਟ ਬਾਈ ਡਾਂਸਿੰਗ ਫਾਰ ਇਟ, ਪਰ ਤੂੰ ਇਸਨੂੰ ਤਾਂ ਹੀ ਲੈ ਸਕਦਾ ਜੇ ਤੂੰ ਇਸ ਲਈ ਡਾਂਸ ਕਰੇਗਾ, ਨੱਚੇਗਾ। ਆਈ ਵਿਲ ਹੈਵ ਨਨ ਆਫ ਯੂਅਰ ਰੂਡਨੈਸ ਯੂ ਰਾਸਕਲ, ਉਸਨੇ ਕਿਹਾ ਕਿ ਮੈਂ ਤੇਰੀ ਕੋਈ ਗੁਸਤਾਖੀ ਨਹੀਂ ਸਹਾਂਗਾ, ਮਤਲਬ ਤੇਰਾ ਮੈਂ ਗੁੱਸਾ ਨਹੀਂ ਸਹਾਂਗਾ, ਕਿਸਾਨ ਨੇ ਕਿਹਾ। ਯੂ ਰਾਸਕਲ, ਰਾਸਕਲ ਹੁੰਦਾ ਕੋਈ ਵੀ ਬਹੁਤ ਬੇਕਾਰ ਇਨਸਾਨ। ਰਾਸਕਲ ਵੈਸੇ ਆਪਾਂ ਇੱਥੇ ਕਹਿ ਸਕਦੇ ਹਾਂ ਜੋ ਕਿ ਬਹੁਤ ਬੇਕਾਰ ਇਨਸਾਨ ਹੋਵੇ। ਸ਼ਾਊਟਡ ਦਾ ਫਾਰਮਰ ਨੇ ਮਤਲਬ ਉਹ ਗੁੱਸੇ ਵਿੱਚ ਆ ਕੇ ਕਿਹਾ। ਬਟ ਬਿਫੋਰ ਹੀ ਕੁਡ ਰੀਚ ਦਾ ਬਰਡ, ਪਰ ਜਿਵੇਂ ਹੀ ਉਹ ਪੰਛੀ ਦੇ ਨੇੜੇ ਲੱਗਿਆ ਜੋ ਮਰਿਆ ਹੋਇਆ ਸੀ, ਦ ਬੋਏ ਬਿਗੇਨ ਟੂ ਪਲੇ ਔਨ ਹਿਜ਼ ਵਾਇਲਨ, ਬੱਚੇ ਨੇ ਆਪਣਾ ਵਾਇਲਨ ਵਜਾਉਣਾ ਸਟਾਰਟ ਕਰ ਦਿੱਤਾ। ਐਂਡ ਦਾ ਫਾਰਮਰ ਹੈਡ ਟੂ ਡਾਂਸ, ਕਿਉਂਕਿ ਹੁਣ ਉਹ ਜਾਦੂ ਹੀ ਸੀ ਵਾਇਲਨ, ਤਾਂ ਜਿਹੜਾ ਕਿਸਾਨ ਸੀ ਉਸਨੂੰ ਡਾਂਸ ਕਰਨਾ ਹੀ ਪਵੇਗਾ। ਹੀ ਡਾਂਸਡ ਐਂਡ ਦਾ ਬੋਏ ਵੁੱਡ ਨਾਟ ਸਟੋਪ ਪਲੇਇੰਗ, ਉਹ ਡਾਂਸ ਕਰਦਾ ਰਿਹਾ ਅਤੇ ਜਿਹੜਾ ਬੱਚਾ ਸੀ ਉਸਨੇ ਵਾਇਲਨ ਵਜਾਉਣਾ ਬੰਦ ਨਹੀਂ ਕੀਤਾ। ਸਟੋਪ, ਬੰਦ ਕਰੋ। ਸ਼ਾਟਡ ਦਾ ਟਾਇਰਡ ਫਾਰਮਰ, ਥੱਕੇ ਹੋਏ ਕਿਸਾਨ ਨੇ ਕਿਹਾ। ਸਟੋਪ, ਬੰਦ ਕਰੋ। ਉਹ ਪਲੀਜ਼ ਸਟੋਪ, ਕਿਰਪਾ ਕਰਕੇ ਬੰਦ ਕਰ ਦਿਓ। ਆਈ ਵਿਲ ਗਿਵ ਯੂ 1000 ਪੀਸਿਸ ਆਫ ਸਿਲਵਰ ਇਫ ਯੂ ਓਨਲੀ ਸਟੋਪ, ਜੇ ਕਹਿੰਦਾ ਤੁਸੀਂ ਨੂੰ ਬੰਦ ਕਰ ਦੇਵੇਂਗਾ ਮੈਂ ਤੈਨੂੰ 1000 ਚਾਂਦੀ ਦੇ ਸਿੱਕੇ ਦੇ ਦੇਵਾਂਗਾ। ਪਹਿਲਾਂ ਉਸਨੇ ਸਿਰਫ 3 ਤਾਂਬੇ ਦੇ ਸਿੱਕੇ ਦਿੱਤੇ ਸੀ, ਹੁਣ 1000 ਚਾਂਦੀ ਦੇ ਸਿੱਕੇ ਦੇਣ ਦੀ ਗੱਲ ਕਰ ਰਿਹਾ ਸੀ। ਲੈਟਸ ਗੋ, ਚਲੋ। ਫੈਚ ਦੈਮ ਫਸਟ,
ਐਂਡ ਸੈਟ ਦ ਬॉय। ਤਾਂ ਬੱਚੇ ਨੇ ਕਿਹਾ ਕਿ ਪਹਿਲਾਂ ਉਹ ਲੈ ਕੇ ਆ, ਫੈਚ ਦਾਂਗਾ ਮਤਲਬ ਉਹਨੂੰ ਉਹ ਚੀਜ਼ ਨੂੰ ਕਰੋ ਪਹਿਲਾਂ, ਫਿਰ ਮੈਂ ਬੰਦ ਕਰਾਂਗਾ। ਸੋ ਸਟਿਲ ਡਾਂਸਿੰਗ, ਸੋ ਜਿਹੜਾ ਫਾਰਮਰ ਸੀ ਉਹ ਸਿਰ ਹਜੇ ਵੀ ਨੱਚ ਰਿਹਾ ਸੀ। ਦ ਫਾਰਮਰ ਵੈਂਟ ਇਨ ਟੂ ਹਿਜ਼ ਹਾਊਸ, ਉਹ ਆਪਣੇ ਘਰ ਦੇ ਅੰਦਰ ਗਿਆ। ਐਂਡ ਟੁੱਕ ਦ ਸਿਲਵਰ ਕੋਇਨਸ ਫਰੋਮ ਬੀਨੀਥ ਅ ਬੋਰਡ ਇਨ ਦ ਫਲੋਰ ਵੇਅਰ ਹੀ ਹੈਡ ਹਿਡਨ ਦੈਮ, ਅਤੇ ਉਹ ਉਸ ਫਲੋਰ ਦੇ ਨੀਚੋਂ ਜਿਹੜੇ 1000 ਚਾਂਦੀ ਦੇ ਸਿੱਕੇ ਸੀ ਉਹ ਕੱਢ ਲਿਆ ਸੀ, ਜਿੱਥੇ ਉਹ ਉਹਨਾਂ ਨੂੰ ਛੁਪਾ ਕੇ ਰੱਖਦਾ ਸੀ। ਦ ਬॉय ਪਲੇਡ ਔਨ ਐਂਡ ਔਨ, ਦ ਬੱਚੇ ਨੇ ਉਹ ਜਿਹੜਾ ਵਾਇਲਨ ਸੀ ਉਹ ਉਸ ਨੂੰ ਹਜੇ ਵੀ ਵਜਾਉਂਦਾ ਅਤੇ ਵਜਾਉਂਦਾ ਗਿਆ। ਇਟ ਵਾਜ਼ ਓਨਲੀ ਵੈਨ ਦ ਫਾਰਮਰ ਹੈਲਡ ਆਊਟ ਦ 1000 ਪੀਸ ਆਫ ਸਿਲਵਰ ਟੂ ਦ ਬॉय ਦੈਟ ਹੀ ਸਟੋਪਡ ਦ ਪਲੇਇੰਗ ਦ ਵਾਇਲਨ। ਤਾਂ ਉਸਨੇ ਕਿਹਾ ਕਿ ਉਹ ਤਾਂ ਹੀ ਉਸਨੂੰ ਬੰਦ ਕਰਦਾ ਜਦੋਂ ਜਿਹੜਾ ਫਾਰਮਰ ਸੀ, ਕਿਸਾਨ ਸੀ, ਉਹ ਉਸ ਨੂੰ 1000 ਚਾਂਦੀ ਦੇ ਸਿੱਕੇ ਦੇਵੇਗਾ। ਦੈਨ ਹੀ ਵੈਂਟ ਔਨ ਹਿਜ਼ ਵੇ, ਉਸਨੇ ਚਾਂਦੀ ਦੇ ਸਿੱਕੇ ਲਏ ਅਤੇ ਆਪਣੇ ਰਸਤੇ ਤੁਰ ਪਿਆ। ਬਟ ਦ ਫਾਰਮਰ ਰੇਨ ਬਿਫੋਰ ਹਿਮ, ਤਾਂ ਜਿਹੜਾ ਕਿਸਾਨ ਸੀ ਉਸ ਦੇ ਪਿੱਛੇ ਭੱਜਿਆ। ਇਨਟੂ ਦ ਬਲੇਜ਼, ਉਸ ਤੋਂ ਮਤਲਬ ਉਸਦੇ ਜਾਣ ਤੋਂ ਬਾਅਦ ਉਹ ਰਹਿੰਦਾ ਤਾਂ ਮੀਨਜ਼ ਖੇਤਾਂ ਦੇ ਵਿੱਚ ਸੀ। ਜਦੋਂ ਉਹ ਚਲਾ ਗਿਆ ਉਸਦੇ ਪਿੱਛੇ ਪਿੱਛੇ ਉਹ ਭੱਜਿਆ ਕਿ ਪਿੰਡ ਵਿੱਚ ਚਲਾ ਗਿਆ। ਐਂਡ ਟੋਲਡ ਦ ਪੁਲਿਸ, ਉਸਨੇ ਪੁਲਿਸ ਨੂੰ ਦੱਸਿਆ ਦੈਟ ਦ ਬॉय ਵਾਜ਼ ਅ ਥੀਫ, ਕਿ ਜਿਹੜਾ ਬੱਚਾ ਹੈ ਉਹ ਕੀ ਇੱਕ ਚੋਰ ਹੈ। ਦ ਮੈਜਿਸਟ੍ਰੇਟ ਸੈਂਟ ਆਊਟ ਦ ਪੁਲਿਸਮੈਨ, ਜਿਹੜੀ ਮੈਜਿਸਟ੍ਰੇਟ ਮੀਨਜ਼ ਜੋ ਜੱਜ ਵਗੈਰਾ ਹੁੰਦੇ ਸੀ, ਜੋ ਫੈਸਲਾ ਕਰਦੇ ਸੀ ਪਹਿਲਾਂ ਵੀ, ਪਰ ਅੱਜ ਕੱਲ੍ਹ ਵੀ ਜੱਜ ਵਗੈਰਾ ਹੁੰਦੇ ਨੇ, ਉਹਨਾਂ ਨੂੰ ਆਪਾਂ ਕੀ ਬੋਲ ਦਿੰਦੇ ਹਾਂ, ਮੈਜਿਸਟ੍ਰੇਟ। ਉਹਨਾਂ ਨੇ ਜਿਹੜੇ ਪੁਲਿਸਮੈਨ ਸੀ ਮਤਲਬ ਪੁਲਿਸ ਵਾਲੇ, ਉਹਨਾਂ ਨੂੰ ਭੇਜਿਆ। ਐਂਡ ਦੇ ਸੂਨ ਕੌਟ ਦ ਬॉय, ਉਹਨਾਂ ਨੇ ਬੱਚੇ ਨੂੰ ਫੜ ਲਿਆ। ਵਿਦ ਦ 1000 ਪੀਸਿਸ ਆਫ ਸਿਲਵਰ, 1000 ਚਾਂਦੀ ਦੇ ਸਿੱਕਿਆਂ ਨਾਲ। ਦੈਟ ਦ ਫਾਰਮਰ ਸੈਡ ਹੀ ਹੈਡ ਸਟੋਲਨ, ਜਿਹੜੇ ਕਿ ਕਿਸਾਨ ਨੇ ਕਹੇ ਸੀ ਵੀ ਉਸ ਬੱਚੇ ਨੇ ਮੇਰੇ ਤੋਂ ਚੁਰਾਏ ਨੇ। ਇਨ ਦੋਜ਼ ਡੇਜ਼, ਉਹਨਾਂ ਦਿਨਾਂ ਦੇ ਵਿੱਚ, ਇਨ ਸਿਸਲੀ, ਸਿਸਲੀ ਇੱਕ ਸ਼ਹਿਰ ਹੈ ਜੋ ਇਟਲੀ ਦੀ ਗੱਲ ਕਰ ਰਹੇ ਸੀ, ਸਿਸਲੀ ਦੇ ਵਿੱਚ ਦ ਪੁਨਿਸ਼ਮੈਂਟ, ਜਿਹੜੀ ਸਜ਼ਾ ਹੈ ਫॉर ਸਟੀਲਿੰਗ, ਚੋਰੀ ਕਰਨ ਦੇ ਮਾਮਲੇ 'ਚ, ਵਾਜ਼ ਡੈਥ, ਮੀਨ ਜੋ ਚੋਰੀ ਕਰੇਗਾ ਉਸਦੀ ਸਜ਼ਾ ਕੀ ਹੋਏਗੀ, ਮੌਤ। ਇਟ ਸੀਮਡ ਇੰਪੋਸੀਬਲ ਫॉर ਸੱਚ ਅ ਪੂਅਰ ਬॉय ਟੂ ਹੈਵ ਸੱਚ ਅ ਲਾਰਜ ਸਮ ਆਫ ਮਨੀ, ਮੀਨਜ਼ ਇਹ ਅਸੰਭਵ ਲੱਗਦਾ ਸੀ ਕਿ ਇੱਕ ਗਰੀਬ ਬੱਚੇ ਕੋਲ ਇੰਨੇ ਚਾਂਦੀ ਦੇ ਸਿੱਕੇ ਹੋਣੇ, ਇੰਨੀ ਵੱਡੀ ਰਕਮ ਹੋਣੀ। ਸੋ ਹੀ ਵਾਜ਼ ਸੈਂਟੈਂਸ ਟੂ ਬੀ ਹੈਂਗਡ ਐਟ ਵੰਸ, ਸੋ ਇਹ ਤਾਂ ਮਤਲਬ ਐਂ ਸੀ ਕਿ ਹਾਂ ਕਿਸੇ ਬੱਚੇ ਕੋਲ ਇੰਨੇ ਸਿੱਕੇ ਹੋ ਹੀ ਨਹੀਂ ਸਕਦੇ, ਤਾਂ ਓਬਵੀਅਸ ਵੀ ਉਸਨੇ ਚੋਰੀ ਹੀ ਕੀਤੀ ਹੋਏਗੀ, ਤਾਂ ਮੀਨਜ਼ ਸਿੱਧਾ ਉਸ ਨੂੰ ਸਜ਼ਾ ਕੀ ਹੋਏਗੀ, ਸੈਂਟੈਂਸ ਦਾ ਮਤਲਬ ਹੈ ਸਜ਼ਾ ਦੇਣਾ, ਕਿ ਉਸ ਨੂੰ ਲਟਕਾ ਦਿੱਤਾ ਜਾਵੇਗਾ। ਸੋ ਆਪਾਂ ਚੈਪਟਰ ਨੂੰ ਇੱਥੇ ਤੱਕ ਪੜ੍ਹਾਂਗੇ। we discussed chapter up to here, and the next portion of the chapter we will discuss in the next video, because video goes so long. So what is the homework now? What is the homework which you had to do on your fear notebooks? And yesterday I gave you the homework, you had to write the first 3 questions. So today you also have to write the next 3 questions on your fear notebooks. First one is 4th, 5th and 6th. So where are the answers of these questions? Let me show you. I also made a PDF for you. So the answers are here, 4th, 5th and 6th. You have to write these answers on fear notebooks. And one thing is more, you also have to memorize these questions, these question answers. When you are writing this question, you also have to write these questions memorize. So please memorize the question answers also, and hope you understand the chapter up to here. Thank you very much.